देश के अंदर जिस तरह की सरकार है, कहण नूं लोकतंत्र है, रवैया तानाशाही है। दो जिहड़े नुकता निगाह ने वो बिल्कुल इकसार पैरल चल रहे हैं कि सरकार चाह रही है कि मीटिंगां दे विच उलझा के लोकां दी एक नुकते दे उपर जिहड़ी केंद्रित मानसिकता है ਉਹਨੂੰ ਖਿੰਡਾ ਦਿੱਤਾ ਜਾਵੇ। ਪਰ ਹੁਣ ਤੱਕ ਜੇ ਤੁਸੀਂ ਵੇਖਦੇ ਹੋ ਤਾਂ ਸੰਘਰਸ਼ ਦੇ ਜਿਹੜੇ ਪੜਾਅ ਨੇ ਉਹ ਦੋ ਰੂਪ ਹੀ ਨੇ। ਸਰਕਾਰ ਦਾ ਪੱਖ ਹੈ ਕਿ ਸੰਗਠਿਤ ਢਾਂਚੇ ਨੂੰ ਖਿੰਡਾਇਆ ਜਾਵੇ ਤੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਹੈ ਕਿ ਜਿਹੜਾ ਸੰਘਰਸ਼ ਆ ਉਹਨੂੰ ਪੜਾਅ ਦੇ ਅਗਲੇ ਦੌਰ ਦੇ ਵਿੱਚ ਸ਼ਾਮਲ ਕੀਤਾ ਜਾਵੇ। ਪਰ ਜੇ ਅਸੀਂ ਜੰਗ ਦੀ ਗੱਲ ਕਰੀਏ ਤੇ ਚਮਕੌਰ ਦੀ ਜੰਗ ਦੇ ਵਿੱਚ ਆਪਣੇ ਫਰਜ਼ੰਦਾਂ ਦੀ ਸ਼ਹਾਦਤ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਦੇ ਨਾਲ ਵੀ ਚਿੱਠੀ ਪੱਤਰ ਦੇ ਰਾਹੀਂ ਜ਼ਫਰਨਾਮਾ ਲਿਖ ਕੇ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਿਆ। ਪਰ ਸਰਕਾਰ ਦੀ ਨੀਤੀ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਗੱਲਬਾਤ ਦੇ ਵਿੱਚ ਉਲਝਾ ਕੇ ਇਹਨੂੰ ਇੰਨਾ ਲੰਬਾ ਖਿੱਚਿਆ ਜਾਵੇ ਕਿ ਹਰ ਮੀਟਿੰਗ ਤੋਂ ਬਾਅਦ ਆਈ ਨਿਰਾਸ਼ਤਾ ਦੇ ਸਮੇਂ ਜਿਹੜੇ ਲੋਕ ਨੇ ਉਹ ਸੰਘਰਸ਼ ਦੀ ਲੀਡਰਸ਼ਿਪ ਤੋਂ ਵੀ ਨਿਰਾਸ਼ ਹੋ ਜਾਣ। ਪਰ ਜਿਸ ਤਰ੍ਹਾਂ ਦੇ ਨਾਲ ਲੋਕ ਸਬਰ ਸ਼ਾਂਤੀ ਦੇ ਨਾਲ ਇੱਕ ਲੰਬੀ ਲੜਾਈ ਨੂੰ ਮਿੱਥ ਕੇ ਬੈਠੇ ਹੋਏ ਨੇ, ਇਸ ਕਰਕੇ ਸਰਕਾਰ ਦੀ ਇਹ ਚਾਲ ਕਾਮਯਾਬ ਨਹੀਂ ਹੋ ਸਕੀ। ਸੋ ਇਹ ਹਉਮੈ ਤੇ ਹੱਕਾਂ ਦੀ ਜੰਗ ਦੇ ਵਿੱਚ ਜਿਹੜਾ ਟਕਰਾਅ ਹੈ ਕਿ ਜਦੋਂ ਸਾਰਾ ਦੇਸ਼ ਹੀ ਇਸ ਦੇਸ਼ ਦੇ ਤਾਨਾਸ਼ਾਹੀ ਰਵੱਈਏ ਦੇ ਅੱਗੇ ਸੁਸਰੀ ਵਾਂਗ ਸੌਂ ਜਾਂਦਾ ਹੈ ਤਾਂ ਪੰਜਾਬੀਆਂ ਦੇ ਵਿੱਚ ਅਜੇ ਵੀ ਜਿਹੜੀ ਸਟਰਗਲ ਦੀ ਜਿਹੜੀ ਸਪਿਰਿਟ ਹੈ, ਜਿਹੜੀ ਰੂਹ ਹੈ, ਉਹ ਅਜੇ ਵੀ ਜਿਉਂਦੀ। ਅਸੀਂ ਆਮ ਸੰਸਾਰ ਦੇ ਵਿੱਚ ਲਾਲਚ ਵਸ ਜਿਉਂਦੇ ਹਾਂ ਕਿ ਸਭ ਕੁਝ ਮੇਰਾ ਹੋਵੇ। ਇੱਥੇ ਅਸੀਂ ਲੋੜਾਂ 'ਚ ਜਿਉ ਕੇ ਵੇਖਿਆ ਕਿ ਮੇਰਾ ਨਹੀਂ, ਇਹ ਕਿਸੇ ਦਾ ਵੀ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਿੱਖ ਚੈਨਲ ਨਾਲ ਬਣੇ ਹੋਏ ਹੋ। ਮੈਂ ਮਨਦੀਪ ਸਿੰਘ। ਕਿਸਾਨ ਸੰਘਰਸ਼ ਜਿਹੜਾ ਲਗਾਤਾਰ ਆਪਣੀ ਚਾਲ ਚੱਲਦਾ ਜਾ ਰਿਹਾ। ਚਾਲ ਇਸ ਕਰਕੇ ਕਿਉਂਕਿ ਕਿਸਾਨ ਨੇ ਜਿਹੜੇ ਉਹ ਨਿਰੰਤਰ ਮੀਟਿੰਗਾਂ ਦੇ ਦੌਰ ਦੇ ਵਿੱਚੋਂ ਲੰਘ ਰਹੇ ਨੇ। ਕਿਸਾਨ ਆਗੂ ਮੀਟਿੰਗਾਂ ਜਿਹੜੀਆਂ ਰੱਦ ਹੋ ਜਾਂਦੀਆਂ ਨੇ ਜਾਂ ਉਹਨਾਂ ਦੇ ਵਿੱਚੋਂ ਕੋਈ ਸਿੱਟਾ ਨਹੀਂ ਨਿਕਲਦਾ, ਉਹਨਾਂ ਨੂੰ ਬੇਰੰਗ ਮੁੜਨਾ ਪੈਂਦਾ ਹੈ, ਅਗਲੀਆਂ ਮੀਟਿੰਗਾਂ ਦਾ ਸਮਾਂ ਦੇ ਦਿੱਤਾ ਜਾਂਦਾ। ਇਹਨਾਂ ਸਭ ਦੇ ਵਿੱਚ ਜਿਹੜਾ ਕਿਸਾਨ ਸੰਘਰਸ਼ ਹੈ ਉਹ ਕਿਵੇਂ ਚੱਲ ਰਿਹਾ ਹੈ, ਉਹਨਾਂ ਦਾ ਦੌਰ ਕੀ ਹੈ ਅਤੇ ਉਹਦਾ ਭਵਿੱਖ ਕੀ ਹੋਵੇਗਾ, ਇਹਨਾਂ ਸਭ ਗੱਲਾਂ ਬਾਤਾਂ ਕਰਨ ਦੇ ਲਈ ਸਾਡੇ ਨਾਲ ਨੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ, ਜੋ ਕਿ ਇਤਿਹਾਸਕਾਰ ਨੇ, ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਤੁਹਾਡਾ ਉਹਨਾਂ ਦੇ ਨਾਲ ਰਾਬਤਾ ਕਰਵਾ ਦਿੰਦੇ ਆ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹੀ ਪੁੱਛਾਂਗੇ ਕਿ ਜਿਹੜਾ ਸੰਘਰਸ਼ ਦਾ ਮੌਜੂਦਾ ਸਮਾਂ ਹੈ, ਕਿਸ ਦੌਰ ਦੇ ਵਿੱਚੋਂ ਇਸ ਵਕਤ ਇਹ ਸੰਘਰਸ਼ ਲੰਘ ਰਿਹਾ? ਇਹਦੇ ਜਿਹੜੇ ਸੰਘਰਸ਼ ਦੇ ਜਿਹੜੇ ਦੌਰ ਨੇ ਜਾਂ ਜਿਹੜੇ ਪੜਾਅ ਨੇ ਉਹਦੇ ਵਿੱਚ ਇੱਕ ਤੇ ਸਟੇਟ ਦੇ ਵੱਲੋਂ ਹੈ, ਜਿਹੜਾ ਸਰਕਾਰ ਦੇ ਵੱਲੋਂ ਪੜਾਅ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਹੈਗਾ ਕਿ ਸੰਘਰਸ਼ ਦੀ ਲੀਡਰਸ਼ਿਪ ਨੂੰ ਤੇ ਸੰਘਰਸ਼ ਦੇ ਲੋਕਾਂ ਨੂੰ ਬਾਰ-ਬਾਰ ਮੀਟਿੰਗਾਂ ਦੇ ਵਿੱਚ ਉਲਝਾ ਲੈਣਾ ਕਿ ਜਿਹੜੀ ਇੱਕ ਕਹਿ ਸਕਦੇ ਹੋ ਕਿ ਨੁਕਤੇ ਦੇ ਉੱਪਰ ਜਿਹੜੀ ਕੇਂਦਰਿਤ ਮਾਨਸਿਕਤਾ ਹੁੰਦੀ ਹੈ ਉਹ ਖਿੰਡ ਜਾਵੇ। ਦੂਜੇ ਬੰਨੇ ਜਿਹੜਾ ਜਥੇਬੰਦੀਆਂ ਦਾ ਔਰ ਇੱਥੇ ਬੈਠੀਆਂ ਸੰਗਤਾਂ ਦਾ ਪੱਖ ਹੈ ਉਹ 26 ਜਨਵਰੀ ਦੇ ਉੱਪਰ ਕੇਂਦਰਿਤ ਹੈ। ਸੋ ਇਸ ਕਰਕੇ ਇਹ ਦੋ ਜਿਹੜੇ ਨੁਕਤਾ ਨਿਗਾਹ ਨੇ ਉਹ ਬਿਲਕੁਲ ਇਕਸਾਰ ਪੈਰਲਲ ਚੱਲ ਰਹੇ ਨੇ ਕਿ ਸਰਕਾਰ ਚਾਹ ਰਹੀ ਹੈ ਕਿ ਮੀਟਿੰਗਾਂ ਦੇ ਵਿੱਚ ਉਲਝਾ ਕੇ ਲੋਕਾਂ ਦੀ ਇੱਕ ਨੁਕਤੇ ਦੇ ਉੱਪਰ ਜਿਹੜੀ ਕੇਂਦਰਿਤ ਮਾਨਸਿਕਤਾ ਹੈ ਉਹਨੂੰ ਖਿੰਡਾ ਦਿੱਤਾ ਜਾਵੇ। ਲੋਕ ਜਿਹੜੇ ਨੇ ਇਸ ਸੰਘਰਸ਼ ਨੂੰ ਇਸ ਰੂਪ 'ਚ ਵੇਖ ਰਹੇ ਨੇ ਕਿ 26 ਜਨਵਰੀ ਤੋਂ ਬਾਅਦ ਜਿਹੜਾ ਸੰਘਰਸ਼ ਹੈ ਉਹ ਅਗਲੇ ਪੜਾਅ ਦੇ ਵਿੱਚ ਦਾਖਲ ਹੋਵੇਗਾ। ਉਹ ਪੜਾਅ ਕਿਵੇਂ ਦਾ ਹੋਵੇਗਾ, 26 ਜਨਵਰੀ ਨੂੰ ਹਾਲਾਤ ਕਿਵੇਂ ਦੇ ਰਹਿੰਦੇ ਨੇ, 26 ਜਨਵਰੀ ਦੇ ਸਮੇਂ ਜਿਹੜੀ ਸਰਕਾਰ ਦਾ ਰਵੱਈਆ ਕੀ ਹੋਵੇਗਾ, ਸਾਡੀ ਜਿਹੜੀ ਕਿਸਾਨ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਹੈ ਉਹ ਸਮੁੱਚੇ ਇਸ 26 ਜਨਵਰੀ ਦੇ ਪ੍ਰੋਗਰਾਮ ਨੂੰ ਕਿੰਨਾ ਕੁ ਜਾਬਤੇ 'ਚ ਰੱਖਣ 'ਚ ਕਾਮਯਾਬ ਰਹਿੰਦੇ ਨੇ। ਸੋ ਇਹਨਾਂ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਨੇ। ਪਰ ਹੁਣ ਤੱਕ ਜੇ ਤੁਸੀਂ ਵੇਖਦੇ ਹੋ ਤਾਂ ਸੰਘਰਸ਼ ਦੇ ਜਿਹੜੇ ਪੜਾਅ ਨੇ ਉਹ ਦੋ ਰੂਪ ਹੀ ਨੇ। ਸਰਕਾਰ ਦਾ ਪੱਖ ਹੈ ਕਿ ਸੰਗਠਿਤ ਢਾਂਚੇ ਨੂੰ ਖਿੰਡਾਇਆ ਜਾਵੇ ਤੇ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਹੈ ਕਿ ਜਿਹੜਾ ਸੰਘਰਸ਼ ਆ ਉਹਨੂੰ ਪੜਾਅ ਦੇ ਅਗਲੇ ਦੌਰ ਦੇ ਵਿੱਚ ਸ਼ਾਮਲ ਕੀਤਾ ਜਾਵੇ। ਜਿਹੜੀ ਸਰਕਾਰ ਹੈ, ਤੁਹਾਡਾ ਕਹਿਣਾ ਸੀ ਇਹ ਮੰਨ ਲਈਏ ਕਿ ਜੋ ਸਰਕਾਰ ਹੈ ਉਹ ਮੀਟਿੰਗ ਦਰ ਮੀਟਿੰਗ ਇਸ ਲਈ ਕਰ ਰਹੀ ਹੈ ਕਿ ਕਿਤੇ ਨਾ ਕਿਤੇ ਲੋਕ ਅੱਕ ਜਾਣ ਜਾਂ ਗੁੱਸੇ ਦੇ ਵਿੱਚ ਆਉਣ, ਪ੍ਰਵੋਕ ਹੋਣ, ਕੋਈ ਨਾ ਕੋਈ ਘਟਨਾ ਨੂੰ ਅੰਜਾਮ ਦੇਣ? ਵੇਖੋ, ਪਹਿਲੀ ਗੱਲ ਤਾਂ ਇਹ ਕਿ ਜਿਹੜੀਆਂ ਇਵੇਂ ਦੀਆਂ ਬੈਠਕ ਹੁੰਦੀਆਂ ਨੇ ਇਹ ਚੱਲਦੀਆਂ ਹੀ ਰਹਿਣੀਆਂ ਚਾਹੀਦੀਆਂ ਨੇ। ਸਾਡੇ ਇਤਿਹਾਸ ਦੀਆਂ ਪਰੰਪਰਾਵਾਂ ਨੇ ਕਿ ਅਜੇ ਤੇ ਸਾਡੇ ਉੱਪਰ ਕੋਈ ਇਵੇਂ ਦਾ ਰਿਪਰੈਸ਼ਨ ਨਹੀਂ ਹੋਇਆ। ਪਰ ਜੇ ਅਸੀਂ ਜੰਗ ਦੀ ਗੱਲ ਕਰੀਏ ਤੇ ਚਮਕੌਰ ਦੀ ਜੰਗ ਦੇ ਵਿੱਚ ਆਪਣੇ ਫਰਜ਼ੰਦਾਂ ਦੀ ਸ਼ਹਾਦਤ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਦੇ ਨਾਲ ਵੀ ਚਿੱਠੀ ਪੱਤਰ ਦੇ ਰਾਹੀਂ ਜ਼ਫਰਨਾਮਾ ਲਿਖ ਕੇ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਿਆ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜੇ ਗੱਲਬਾਤ ਦੇ ਰਾਹ ਨੇ ਇਹ ਮੈਦਾਨੇ ਜੰਗ ਦੇ ਦੌਰਾਨ ਜੂਝਦਿਆਂ ਵੀ ਖੁੱਲ੍ਹੇ ਰਹਿੰਦੇ ਨੇ। ਇਹ ਤੇ ਸਾਡਾ ਫਿਰ ਵੀ ਇੱਕ ਸਬਰ ਸ਼ਾਂਤੀ ਵਾਲਾ ਸੰਘਰਸ਼ ਹੈ। ਪਰ ਸਰਕਾਰ ਦੀ ਨੀਤੀ ਕਿਤੇ ਨਾ ਕਿਤੇ ਇਹ ਜ਼ਰੂਰ ਹੈ ਕਿ ਗੱਲਬਾਤ ਦੇ ਵਿੱਚ ਉਲਝਾ ਕੇ ਇਹਨੂੰ ਇੰਨਾ ਲੰਬਾ ਖਿੱਚਿਆ ਜਾਵੇ
ਕਿ ਹਰ ਮੀਟਿੰਗ ਤੋਂ ਬਾਅਦ ਆਈ ਨਿਰਾਸ਼ਤਾ ਦੇ ਸਮੇਂ ਜਿਹੜੇ ਲੋਕ ਨੇ ਉਹ ਸੰਘਰਸ਼ ਦੀ ਲੀਡਰਸ਼ਿਪ ਤੋਂ ਵੀ ਨਿਰਾਸ਼ ਹੋ ਜਾਣ ਕਿ ਨਹੀਂ ਇੰਨੇ ਚਿਰ ਤੋਂ ਇੱਥੇ ਬੈਠੇ ਆ ਕੋਈ ਸਿੱਟਾ ਨਹੀਂ ਨਿਕਲਿਆ। ਪਰ ਮੈਨੂੰ ਲੱਗਦਾ ਹੈ ਕਿ ਸਰਕਾਰ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਇਸ ਕਰਕੇ ਨਹੀਂ ਪਵੇਗਾ ਕਿਉਂਕਿ ਲੋਕ ਪਹਿਲਾਂ ਹੀ ਇਹ ਸੋਚ ਕੇ ਆਏ ਨੇ ਕਿ ਅਸੀਂ ਲੰਬਾ ਸੰਘਰਸ਼ ਲੜਨਾ ਹੈ। ਜੇ ਤਾਂ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਪਹਿਲਾਂ ਹੁੰਦਾ ਸੀ ਇੱਕ ਦਿਨ 'ਚ ਜਿੱਤ ਕੇ ਆ ਜਾਣਾ, 2 ਦਿਨਾਂ 'ਚ ਜਿੱਤ ਕੇ ਆ ਜਾਣਾ, ਫਿਰ ਤਾਂ ਲੱਗਦਾ ਸੀ ਕਿ ਡੈਸਪੀਰੇਸ਼ਨ ਹੋ ਸਕਦੀ ਸੀ, ਸਕੈਟਰਿੰਗ ਹੋ ਸਕਦੀ ਸੀ, ਲੋਕਾਂ 'ਚ ਖੰਡਾ ਆ ਸਕਦਾ ਸੀ। ਪਰ ਜਿਸ ਤਰ੍ਹਾਂ ਦੇ ਨਾਲ ਲੋਕ ਸਬਰ ਸ਼ਾਂਤੀ ਦੇ ਨਾਲ ਇੱਕ ਲੰਬੀ ਲੜਾਈ ਨੂੰ ਮਿੱਥ ਕੇ ਬੈਠੇ ਹੋਏ ਨੇ, ਇਸ ਕਰਕੇ ਸਰਕਾਰ ਦੀ ਇਹ ਚਾਲ ਕਾਮਯਾਬ ਨਹੀਂ ਹੋ ਸਕੀ। ਤੁਸੀਂ ਗੱਲਬਾਤ ਦੀ ਗੱਲ ਕੀਤੀ ਹੈ ਕਿ ਗੱਲਬਾਤ ਦੇ ਨਾਲ ਇਹ ਹੱਲ ਨਿਕਲਦੇ ਨੇ ਤੇ ਗੱਲਬਾਤ ਸਰਕਾਰਾਂ ਦੇ ਨਾਲ ਜਾਰੀ ਹੈ, ਪਰ ਕੀ ਕਰਨਾ ਕਿ ਹੱਲ ਨਹੀਂ ਨਿਕਲ ਰਿਹਾ? ਕਿਉਂ ਸਰਕਾਰਾਂ ਮੰਨ ਨਹੀਂ ਰਹੀਆਂ? ਗੱਲਬਾਤ ਦੇ ਵਿੱਚ ਕਿਸਾਨ ਆਗੂਆਂ ਨੂੰ ਨਿਰਾਸ਼ ਹੈ ਜਿਹੜਾ ਮੁੜਨਾ ਪੈਂਦਾ ਹੈ, ਕੀ ਕਾਰਨ ਮੰਨਦੇ ਹੋ? ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਕਿ ਇਸ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦੀ ਸਰਕਾਰ ਹੈ, ਕਹਿਣ ਨੂੰ ਲੋਕਤੰਤਰ ਹੈ, ਰਵੱਈਆ ਤਾਨਾਸ਼ਾਹੀ ਹੈ। ਸੋ ਇਹ ਜਿਹੜੀ ਜੰਗ ਹੈ ਅਸੀਂ ਸਿਰਫ ਕਿਸਾਨੀ ਕਾਨੂੰਨਾਂ ਦੀ ਨਾ ਵੇਖੀਏ, ਆ ਜਾ ਕੇ ਜੇ ਇਹਦੇ ਵਿੱਚ ਜਿੱਤ ਹੁੰਦੀ ਹੈ ਸਾਡੇ ਕਿਸਾਨਾਂ ਦੀ ਤਾਂ ਸਮਝ ਸਕਦੇ ਹੋ ਕਿ ਲੋਕਤੰਤਰ ਦੀ ਜਿੱਤ ਹੈ, ਤੇ ਜੇ ਹਾਰ ਹੁੰਦੀ ਹੈ ਤਾਂ ਡਿਕਟੇਟਰਸ਼ਿਪ ਦੀ ਹਾਰ ਹੈ। ਸੋ ਇਸ ਕਰਕੇ ਇਹ ਦੋਹਾਂ ਪਾਸਿਆਂ ਤੋਂ ਅਸੀਂ ਆਪਣੀ ਗੱਲ ਕਰਦੇ ਹਾਂ ਨਾ ਕਿ ਹੋਣ ਦੀ ਜੰਗ ਹੈ, ਤਾਂ ਇਹ ਸਟੇਟ ਦੇ ਵਾਸਤੇ ਵੀ ਹੋਣ ਦੀ ਜੰਗ ਹੈ ਕਿ ਉਹਨਾਂ ਨੇ ਵੀ ਆਪਣਾ ਨਰੇਟਿਵ ਇਸੇ ਤਰ੍ਹਾਂ ਸਿਰਜਿਆ ਹੋਇਆ ਹੈ ਕਿ ਚਾਹੇ ਨੋਟਬੰਦੀ ਦੀ ਗੱਲ ਸੀ, ਚਾਹੇ ਸਿਟੀਜ਼ਨ ਅਮੈਂਡਮੈਂਟ ਐਕਟ ਦੀ ਗੱਲ ਸੀ, ਜਾਂ ਫਿਰ ਉਸ ਤੋਂ ਬਾਅਦ ਕਸ਼ਮੀਰ ਦੀ ਧਾਰਾ 370 ਦੀ ਗੱਲ ਸੀ, ਜਾਂ ਫਿਰ ਬਾਬਰੀ ਮਸਜਿਦ ਨੂੰ ਢਾਹ ਕੇ ਰਾਮ ਮੰਦਿਰ ਦੀ ਉਸਾਰੀ ਦੀ ਗੱਲ ਸੀ। ਹੁਣ ਤੱਕ ਦੇ ਜਿੰਨੇ ਵੀ ਫੈਸਲੇ ਇਸ ਸਰਕਾਰ ਦੇ ਵੱਲੋਂ ਤਾਨਾਸ਼ਾਹੀ ਰਵੱਈਏ ਦੇ ਨਾਲ ਲਏ ਗਏ ਨੇ, ਉਹਦੇ ਤੋਂ ਉਹਨਾਂ ਨੂੰ ਇਹ ਹੈ ਕਿ ਜਿਹੜਾ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਇਰਨਮੈਨਸ਼ਿਪ ਵਾਲਾ ਜਿਹੜਾ ਲੋਹ ਪੁਰਸ਼ ਵਾਲਾ ਜਿਹੜਾ ਸੰਕਲਪ ਲੋਕਾਂ 'ਚ ਸਿਰਜ ਦਿੱਤਾ ਹੈ ਨਾ, ਉਹ ਕਿਸੇ ਵੀ ਜੇਕਰ ਹੁਣ ਬਣਾਏ ਹੋਏ ਕਾਨੂੰਨ ਤੋਂ ਪਿਛਾਂਹ ਮੁੜਦਾ ਹੈ ਤੇ ਉਹ ਜਿਹੜਾ ਅਕਸ ਹੈ ਉਹ ਖੁਰਦਾ ਹੈ। ਇਸ ਕਰਕੇ ਉਹ ਇੱਕ ਹੁਣ ਆ ਜਾ ਕੇ ਹਉਮੈ ਦੀ ਜੰਗ ਲੜ ਰਹੇ ਨੇ ਜਦੋਂ ਕਿ ਸਾਡੀ ਹੱਕਾਂ ਦੀ ਜੰਗ ਹੈ। ਸੋ ਇਹ ਹਉਮੈ ਤੇ ਹੱਕਾਂ ਦੀ ਜੰਗ ਦੇ ਵਿੱਚ ਜਿਹੜਾ ਟਕਰਾਅ ਹੈ। ਇਤਿਹਾਸ ਵੱਲ ਝਾਤ ਮਾਰੀਏ, ਤੁਸੀਂ ਜ਼ਿਆਦਾ ਸਾਡੇ ਨਾਲੋਂ ਬਿਹਤਰ ਜਾਣਦੇ ਹੋ। ਪਿਛਲੇ ਕੁਝ ਸਮੇਂ ਤੋਂ ਆਜ਼ਾਦੀ ਤੋਂ ਪਿੱਛੋਂ ਪੰਜਾਬੀ ਲੋਕ ਨੇ ਜਿਹੜੇ ਉਹ ਆਪਣੇ ਹੱਕਾਂ ਦੀ ਜੰਗ ਦੇ ਵਿੱਚ ਕਿਤੇ ਨਾ ਕਿਤੇ ਵਾਂਝੇ ਨਜ਼ਰ ਆ ਰਹੇ ਨੇ, ਕਿਤੇ ਨਾ ਕਿਤੇ ਪਿਛੜਦੇ ਨਜ਼ਰ ਆ ਰਹੇ ਨੇ। ਕੀ ਲੱਗਦਾ ਹੈ ਕਿ ਇੱਥੋਂ ਇਹ ਲੋਕ ਕਿਵੇਂ ਮੁੜਨਗੇ? ਜਿੱਤ ਕੇ ਮੁੜਨਗੇ ਜਾਂ ਫਿਰ? ਵੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬੀ ਹੀ ਨੇ, ਠੀਕ ਹੈ, ਸਾਡੀ ਜਿਹੜੀ ਜੰਗ ਦੇ ਪੜਾਅ ਨੇ ਬਹੁਤ ਥਾਵਾਂ ਦੇ ਉੱਪਰ ਡੈਸਪੀਰੇਟ ਹੋਏ ਨੇ, ਸਰਕਾਰੀ ਜਿਹੜੀਆਂ ਸਾਜ਼ਿਸ਼ਾਂ ਸੀ ਉਹਦੇ ਨਾਲ ਸਾਡੇ ਜਿਹੜੇ ਸੰਘਰਸ਼ ਦੇ ਵਿੱਚ ਖੰਡਾਅ ਪੈਦਾ ਹੋਇਆ ਹੈ। ਪਰ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਇਸ ਸੰਘਰਸ਼ ਨੇ ਇੱਕ ਸਭ ਤੋਂ ਵੱਡਾ ਸ਼ੁਭ ਸੰਕੇਤ ਇਹ ਦਿੱਤਾ ਹੈ ਕਿ ਜਦੋਂ ਸਾਰਾ ਦੇਸ਼ ਹੀ ਇਸ ਦੇਸ਼ ਦੇ ਤਾਨਾਸ਼ਾਹੀ ਰਵੱਈਏ ਦੇ ਅੱਗੇ ਸੁਸਰੀ ਵਾਂਗ ਸੌਂ ਜਾਂਦਾ ਹੈ ਤਾਂ ਪੰਜਾਬੀਆਂ ਦੇ ਵਿੱਚ ਅਜੇ ਵੀ ਜਿਹੜੀ ਸਟਰਗਲ ਦੀ ਜਿਹੜੀ ਸਪਿਰਿਟ ਹੈ, ਜਿਹੜੀ ਰੂਹ ਹੈ, ਉਹ ਅਜੇ ਵੀ ਜਿਉਂਦੀ ਹੈ। ਸੋ ਇਸ ਕਰਕੇ ਮੈਂ ਤਾਂ ਕਹਿੰਦਾ ਹੈ ਕਿ ਸਾਡੀ ਨੈਤਿਕ ਤੌਰ ਤੇ ਜਿੱਤ ਤਾਂ ਹੋ ਚੁੱਕੀ ਹੈ ਕਿ ਅਸੀਂ ਸਰਕਾਰ ਦੇ ਬੂਹੇ ਦੇ ਉੱਪਰ ਆ ਕੇ ਇਹ ਦੱਸ ਦਿੱਤਾ ਹੈ ਕਿ ਅਸੀਂ ਧੱਕਾ ਬਰਦਾਸ਼ਤ ਨਹੀਂ ਕਰ ਸਕਦੇ। ਜਿੱਥੋਂ ਤੱਕ ਕਾਨੂੰਨਾਂ ਦੀ ਗੱਲ ਹੈ, ਮੇਰੇ ਖਿਆਲ ਦੇ ਨਾਲ ਉਹਦੇ ਵਿੱਚ ਵੀ ਜਿੱਤ ਹਾਸਲ ਹੋਵੇਗੀ ਜੇ ਅਸੀਂ ਏਕਤਾ ਦੇ ਨਾਲ ਸਬਰ ਦਾ ਮੁਜ਼ਾਹਰਾ ਕਰਦੇ ਰਵਾਂਗੇ। ਪਰ ਮੈਨੂੰ ਤਾਂ ਹੁਣ ਹੀ ਅੱਜ ਦੇ ਪੜਾਅ ਤੇ ਵੀ ਗੱਲ ਕਰੋ ਤਾਂ ਇਹ ਨਹੀਂ ਹੈ ਕਿ ਇਹ ਜਿਹੜੇ ਕਾਨੂੰਨ ਹੈ ਰੱਦ ਹੋ ਜਾਣਗੇ ਤਾਂ ਕੋਈ ਕਿਸਾਨੀ ਦੀ ਹਾਲਤ ਸੁਧਰ ਜਾਣੀ ਹੈ, ਜਾਂ ਜਦੋਂ ਇਹ ਕਾਨੂੰਨ ਨਹੀਂ ਸੀ ਹੈਗੇ ਉਦੋਂ ਹਾਲਤ ਕੋਈ ਬਹੁਤ ਵਧੀਆ ਸੀ, ਜਾਂ ਉਦੋਂ ਸਾਡੇ ਸਿਰ ਕਰਜ਼ਾ ਨਹੀਂ ਸੀ, ਜਾਂ ਕਿਸਾਨ ਖੁਦਕਸ਼ੀਆਂ ਨਹੀਂ ਸੀ ਕਰਦੇ, ਜਾਂ ਇਹਨਾਂ ਕਾਨੂੰਨਾਂ ਦੇ ਰੱਦ ਹੋਣ ਦੇ ਨਾਲ ਸਾਡੀ ਕਿਸਾਨੀ 'ਚ ਕੋਈ ਬਹੁਤ ਵੱਡਾ ਬਦਲਾਅ ਆ ਜਾਣਾ। ਸੋ ਉਹ ਜਿਹੜੇ ਕਿਸਾਨੀ ਦੇ ਬਦਲਾਅ ਨੇ ਉਹ ਫਸਲ ਚੱਕਰ ਜਾਂ ਫਸਲੀ ਚੱਕਰ ਤਬਦੀਲ ਕਰਕੇ ਉਹ ਤਾਂ ਸਾਨੂੰ ਆਪ ਲਿਆਉਣੇ ਪੈਣੇ ਨੇ। ਪਰ ਇੱਥੇ ਜਿਹੜੀ ਆ ਕੇ ਸਭ ਤੋਂ ਵੱਡੀ ਤੁਹਾਨੂੰ ਸੰਤੁਸ਼ਟੀ ਨਜ਼ਰ ਆਵੇਗੀ ਨਾ, ਉਹ ਸੰਤੁਸ਼ਟੀ ਇਸ ਗੱਲ ਦੀ ਨਜ਼ਰ ਆਵੇਗੀ ਕਿ ਕਿਤੇ ਨਾ ਕਿਤੇ ਤੁਸੀਂ ਲੋਕਾਂ ਦੇ ਵਿੱਚ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਦੱਸਣ ਦੇ ਵਿੱਚ ਕਾਮਯਾਬ ਹੋਏ ਹੋ ਕਿ ਸਾਡੇ ਅੰਦਰੋਂ ਸੰਘਰਸ਼ ਦੀ ਚੇਤਨਤਾ ਖਤਮ ਨਹੀਂ ਹੋਈ, ਜਿਹੜਾ ਸਰਕਾਰਾਂ ਨੇ ਸਾਡੇ ਉੱਪਰ ਹਥਿਆਰਾਂ ਤੋਂ ਲੈ ਕੇ ਨਸ਼ਿਆਂ ਦੇ ਹਰ ਹਮਲੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਕਿਹਾ ਕਿ ਜਦੋਂ ਇਹ ਕਾਨੂੰਨ ਹੈ ਜਿਹੜੇ ਵਾਪਸ ਵੀ ਹੋ ਜਾਣ ਪੰਜਾਬ ਮੁੜਨ ਵੇਲੇ ਜਾਂ ਘਰਾਂ ਨੂੰ ਮੁੜਨ ਵੇਲੇ ਹਾਲਾਤ ਉਹੀ ਰਹਿਣਗੇ, ਕਿਸਾਨਾਂ ਦੀ ਹਾਲਤ ਉਹੀ ਰਹੇਗੀ, ਖੁਦਕੁਸ਼ੀਆਂ ਦਾ ਦੌਰ ਸੀ ਜਿਹੜਾ ਉਹ ਕਿਸਾਨ ਪਹਿਲਾਂ ਦਾ ਚੱਲ ਰਿਹਾ ਸੀ, ਸੰਘਰਸ਼ ਦੇ ਵਿੱਚ ਵੀ ਚੱਲ ਰਿਹਾ, ਉਵੇਂ ਦਾ ਹੀ ਰਹੇਗਾ। ਪਰ ਕੀ ਇੱਥੋਂ ਦੀ ਜਿਹੜੀ ਇੱਕ ਚੇਤਨਤਾ ਕਿਸਾਨਾਂ ਨੂੰ ਮਿਲੀ ਹੈ, ਇੱਥੋਂ ਇੱਕ ਜੂਨ ਦੀ ਜਿਹੜੀ ਇੱਕ ਚਿਣਕ ਕਿਸਾਨਾਂ ਦੇ ਅੰਦਰ ਪੈਦਾ ਹੋਈ ਹੈ, ਕੀ ਉਸ ਚੀਜ਼ ਨੂੰ ਇਹ ਬਦਲ ਦੇਵੇਗੀ? ਸਮਾਜ ਦੇ ਵਿੱਚ ਇਹ ਚੀਜ਼ ਇੱਕ ਮੋੜ ਲੈ ਕੇ ਆਵੇਗੀ? ਜੇ ਸਮਾਜ ਦੇ ਵਿੱਚ ਅਜੇ ਵੀ ਮੋੜ ਨਹੀਂ ਆਉਂਦਾ, ਸਾਡੇ ਸਮਾਜਿਕ ਤਾਣੇ ਬਾਣੇ ਤੋਂ ਲੈ ਕੇ ਸਾਡੀ ਰਹਿਣੀ ਬਹਿਣੀ ਤੱਕ, ਤੇ ਮੈਂ ਸੋਚਦਾ ਕਿ ਫਿਰ ਅਸੀਂ ਇਸ ਸੰਘਰਸ਼ ਦੇ ਵਿੱਚੋਂ ਕੁਝ ਨਹੀਂ ਸਿੱਖਿਆ। ਇਸ ਸੰਘਰਸ਼ ਨੇ ਸਭ ਤੋਂ ਵੱਡਾ ਤੇ ਸਾਨੂੰ ਇਹ ਮਹਿਸੂਸ ਕਰਾ ਦਿੱਤਾ ਹੈ ਕਿ ਲਾਲਚ ਵਾਸਤੇ ਜੀਣ ਦੇ ਵਿੱਚ ਤੇ ਲੋੜਾਂ ਵਾਸਤੇ ਜੀਣ 'ਚ ਅੰਤਰ ਕਿੰਨਾ ਹੁੰਦਾ ਹੈ। ਅਸੀਂ ਆਮ ਸੰਸਾਰ ਦੇ ਵਿੱਚ ਲਾਲਚ ਵਸ ਜਿਉਂਦੇ ਹਾਂ ਕਿ ਸਭ ਕੁਝ ਮੇਰਾ ਹੋਵੇ, ਇੱਥੇ ਅਸੀਂ ਲੋੜਾਂ 'ਚ ਜਿਉ ਕੇ ਵੇਖਿਆ ਕਿ ਮੇਰਾ ਨਹੀਂ,
ਇਹ ਕਿਸੇ ਦਾ ਵੀ ਹੋਵੇ। ਸੋ ਮੈਨੂੰ ਇੰਝ ਲੱਗਦਾ ਹੈ ਕਿ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਵੰਡ ਕੇ ਛਕਣ ਦਾ ਤੇ ਸਰਬੱਤ ਦੇ ਭਲੇ ਦਾ ਸੰਕਲਪ ਜਿਹੜਾ ਦ੍ਰਿਸ਼ਮਾਨ ਹੋਇਆ ਹੈ, ਉਹ ਹੁਣ ਸਾਨੂੰ ਆਹ ਜਿਹੜੇ ਮਾਹੌਲ ਆ, ਜਿਹੜਾ ਅਸੀਂ ਬੇਗਮਪੁਰਾ ਵਸਾ ਦਿੱਤਾ ਹੈ, ਇਹ ਪੰਜਾਬ ਦਾ ਹਰ ਪਿੰਡ ਬਣ ਜਾਣਾ ਚਾਹੀਦਾ ਹੈ। ਸਰਬੱਤ ਦੇ ਭਲੇ ਦੇ ਸੰਕਲਪ ਦੀ ਤੁਸੀਂ ਗੱਲ ਕੀਤੀ, ਜਿਹੜਾ ਸੰਕਲਪ ਅਸੀਂ ਅੱਜ ਤੱਕ ਪੰਜਾਬ ਦੇ ਵਿੱਚ ਜਾਂ ਸਾਡੀ ਪੰਥਕ ਜਥੇਬੰਦੀਆਂ ਜਿਹੜਾ ਰੌਲਾ ਪਾਉਂਦੀਆਂ ਸੀ ਕਿ ਅਸੀਂ ਇਹਨੂੰ ਦੁਨੀਆ ਦੇ ਪੱਧਰ ਉੱਤੇ ਨਹੀਂ ਲਿਜਾ ਸਕੇ, ਕੀ ਲੱਗਦਾ ਕਿ ਸੰਘਰਸ਼ ਉਸ ਨੂੰ ਦੁਨੀਆ ਦੇ ਪੱਧਰ ਉੱਤੇ ਲੈ ਜਾ ਚੁੱਕਿਆ? ਬਿਲਕੁਲ, ਜਦੋਂ ਤੁਸੀਂ ਕਿਸੇ ਵੀ ਚੀਜ਼ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨਾ ਹੁੰਦਾ, ਤੁਸੀਂ ਇੱਕ ਬਲੂਪ੍ਰਿੰਟ ਤਿਆਰ ਕਰਦੇ ਹੋ। ਜਿਹੜੀ ਸਾਡੀ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਖਾਲਸਾ ਰਾਜ ਦਾ ਚਿੱਤਰਨ ਕਰਦੇ ਹਾਂ, ਤਾਂ ਜਿਹੜਾ ਚਿੱਤਰਨ ਭਗਤ ਰਵਿਦਾਸ ਜੀ ਨੇ ਕੀਤਾ, ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋਹ ਨਾਹੀ ਤੈ ਠਾਉ, ਨਾ ਤਸਵੀਸ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ, ਉਹ ਜਿੰਨੇ ਵੀ ਸਿਰਜੇ ਹੋਏ ਸੰਕਲਪ ਨੇ, ਜਾਂ ਜਿਹਨੂੰ ਅਸੀਂ ਕਹਿ ਦਈਏ ਸਭ ਸੁਖਾਲੀ ਬੁੱਠੀਆਂ ਹੋਆ ਹਲੇਮੀ ਰਾਜ ਜੀਓ, ਉਹ ਹਲੀਮੀ ਰਾਜ ਦੇ ਜਿਹੜੇ ਸੰਕਲਪ ਨੇ ਉਹ ਤੁਹਾਨੂੰ ਇਸ ਛੋਟੇ ਜਿਹੇ ਰਾਜ ਦੇ ਵਿੱਚ ਨਜ਼ਰ ਆ ਰਹੇ ਨੇ, ਜਿੱਥੇ ਸਾਰੇ ਵੰਡ ਕੇ ਛਕ ਰਹੇ ਨੇ, ਜਿੱਥੇ ਪਿਆਰ ਦੇ ਨਾਲ ਰਹਿ ਰਹੇ ਨੇ, ਜਿੱਥੇ ਤੁਹਾਨੂੰ ਕਿਸੇ ਕੋਲੋਂ ਚੀਜ਼ ਮੰਗਣ ਲੱਗਿਆਂ ਸ਼ਰਮ ਮਹਿਸੂਸ ਨਹੀਂ ਹੁੰਦੀ, ਤੇ ਜਿਹੜਾ ਦੇਣ ਵਾਲਾ ਹੈ ਉਹਨੂੰ ਆਪਣੱਤ ਮਹਿਸੂਸ ਹੁੰਦੀ, ਉਹਨੂੰ ਹੰਕਾਰ ਮਹਿਸੂਸ ਨਹੀਂ ਹੁੰਦਾ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਸੰਕਲਪ, ਇਹ ਜਿਹੜਾ ਮਾਡਲ ਹੈ, ਅਸੀਂ ਦੁਨੀਆ ਨੂੰ ਵਿਖਾ ਦਿੱਤਾ ਹੈ ਕਿ ਆ ਜਾ ਕੇ ਸਾਡਾ ਸਰਬੱਤ ਦੇ ਭਲੇ ਦਾ ਰਾਜ ਜਿਹੜਾ ਹੈ ਉਹ ਕਿਸ ਤਰ੍ਹਾਂ ਦਾ ਹੋਵੇਗਾ। ਹੁਣ ਤਾਂ ਇਹਨੂੰ ਫੈਲਾਉਣ ਦੀ ਲੋੜ ਹੈ ਕਿ ਹਰ ਪਿੰਡ ਦੇ ਵਿੱਚ, ਹਰ ਜਗ੍ਹਾ ਦੇ ਉੱਪਰ ਅਸੀਂ ਲੈ ਕੇ ਕਿਵੇਂ ਜਾਣਾ ਹੈ। ਬੇਗਮਪੁਰਾ ਦੀ ਤੁਸੀਂ ਗੱਲ ਕੀਤੀ ਹੈ ਕਿ ਬੇਗਮਪੁਰਾ ਅਸੀਂ ਉਰੇ ਵਸਾ ਲਿਆ, ਪੰਜਾਬ ਦੇ ਵਿੱਚ ਇਹਨੂੰ ਫੈਲਾਉਣ ਦੀ ਲੋੜ ਹੈ। ਕੀ ਲੱਗਦਾ ਹੈ ਕਿ ਇਹਨੂੰ ਕਿਵੇਂ ਪੰਜਾਬ ਦੇ ਵਿੱਚ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਅੱਗੇ, ਜਾਂ ਇਸ ਨੂੰ ਉਰੋਂ ਅਸੀਂ ਮੁੜਨ ਲੱਗੇ ਕਿਵੇਂ ਇਹਨੂੰ ਪੰਜਾਬ ਦੇ ਵਿੱਚ ਜਿਹੜਾ ਵਸਾ ਸਕਦੇ ਹਾਂ ਬੇਗਮਪੁਰਾ ਨੂੰ? ਵੇਖੋ, ਇਸੇ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ, ਸ਼ਹਿਰਾਂ ਦੇ ਵਿੱਚੋਂ, ਕਸਬਿਆਂ ਦੇ ਵਿੱਚੋਂ ਆਏ ਹੋਏ ਲੋਕ ਨੇ, ਤੇ ਮੈਂ ਇੱਥੇ ਆਪਣੇ ਪਿੰਡ ਦੇ ਜਾਂ ਹੋਰ ਵੀਰਾਂ ਦੀ ਵੀ ਜੇ ਗੱਲ ਕਰਾਂ, ਤੇ ਮੈਨੂੰ ਇੰਜ ਲੱਗਦਾ ਹੈ ਕਿ ਪਿੰਡ ਦੇ ਜ਼ਮੀਨ ਦੇ ਉੱਪਰੋਂ, ਵਾਹੀ ਬੰਨੇ ਦੇ ਉੱਪਰ ਜਿਹੜੀਆਂ ਸਾਡੀਆਂ ਛੋਟੀਆਂ-ਛੋਟੀਆਂ ਦੁਸ਼ਮਣੀਆਂ ਸੀ, ਉਹ ਵੀ ਇੱਥੇ ਆ ਕੇ ਖਤਮ ਹੋ ਗਈਆਂ। ਇਹਦਾ ਮਤਲਬ ਕਿ ਜੇ ਇਸ ਸੰਘਰਸ਼ ਨੇ ਸਾਡੇ 'ਚ ਨੈਤਿਕਤਾ ਦੀ ਰੂਹ ਫੂਕ ਦਿੱਤੀ ਹੈ ਕਿ ਅਸੀਂ ਨਿੱਕੇ-ਨਿੱਕੇ ਝਗੜੇ ਖਤਮ ਕਰਕੇ ਜੇ ਇਕੱਠੇ ਤੰਬੂਆਂ ਦੇ 'ਚ ਬੈਠੇ ਹੋਏ ਹਾਂ, ਤਾਂ ਇਹੀ ਜਿਹੜਾ ਸਾਡਾ ਸੰਕਲਪ ਹੈ, ਹੁਣ ਸਾਡੇ ਨਾਲ ਵਾਪਸ ਜਾਣਾ ਚਾਹੀਦਾ ਹੈ। ਇੱਥੇ ਹੁਣ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ, ਜਿਹੜੀਆਂ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਨੇ, ਜਿਨ੍ਹਾਂ ਨੇ ਇਸ ਸਾਰੇ ਸੰਘਰਸ਼ ਨੂੰ ਰੀੜ੍ਹ ਦੀ ਹੱਡੀ ਬਣ ਕੇ ਆਪਣਾ ਆਪਾ ਜਿਹੜਾ ਉਹ ਦੇਣ ਦੇ ਵਿੱਚ ਜਿਹੜਾ ਉਹ ਕਹਿ ਸਕਦੇ ਇੱਕ ਰੋਲ ਨਿਭਾਇਆ। ਕਿਉਂਕਿ ਵੇਖੋ, ਜੇ ਕਿਤੇ ਇਸ ਸਾਰੇ ਸੰਘਰਸ਼ ਦੇ ਵਿੱਚ ਸਾਡੇ ਧਰਮ ਦੇ ਸੰਕਲਪ ਦ੍ਰਿਸ਼ਮਾਨ ਨਾ ਹੁੰਦੇ, ਇੱਥੇ ਲੰਗਰ ਨਾ ਹੁੰਦਾ, ਇੱਥੇ ਵੰਡ ਕੇ ਛਕਣ ਦੀ ਪ੍ਰਥਾ ਨਾ ਹੁੰਦੀ, ਤਾਂ ਇਹ ਸੰਘਰਸ਼ ਤਾਂ 2 ਦਿਨ ਖੜਾ ਨਹੀਂ ਹੋ ਸਕਦਾ, ਬਿਲਕੁਲ ਖੋਖਲਾ ਹੋ ਜਾਂਦਾ। ਸੋ ਇਹਦਾ ਮਤਲਬ ਕਿ ਸਾਡੀ ਧਾਰਮਿਕ ਵਿਚਾਰਧਾਰਾ ਦੇ ਉੱਚੇ ਸੰਕਲਪ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਰਜ ਕੇ ਦਿੱਤੇ, ਉਹ ਹੁਣ ਸਾਡੀਆਂ ਇਹਨਾਂ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਫਰਜ਼ ਬਣ ਜਾਣਗੇ। ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਨਾ ਕਿ ਜਿਹੜੇ ਗਾਇਕ ਵੀਰਾਂ ਨੇ ਇਸ ਸੰਘਰਸ਼ ਦੇ ਵਿੱਚ ਚੰਗੀ ਗਾਇਕੀ ਨੂੰ ਜਨਮ ਦਿੱਤਾ ਹੈ, ਇਹ ਹੁਣ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ ਹੈ ਕਿ ਜੇ ਕੋਈ ਅਨੈਤਿਕ ਗਾਵੇਗਾ ਤਾਂ ਲੋਕ ਇਹ ਕਹਿਣਗੇ ਕਿ ਇਹ ਬੰਦਾ ਜਿਹੜਾ ਦੋਗਲਾ ਕਿਰਦਾਰ ਨਿਕਲਿਆ। ਇਹੀ ਜ਼ਿੰਮੇਵਾਰੀ ਹੁਣ ਸਾਡੀ ਧਾਰਮਿਕ ਸ਼ਖਸੀਅਤਾਂ ਦੀ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਬਣ ਗਈ ਹੈ ਕਿ ਜੇਕਰ ਹੁਣ ਇੱਥੇ ਪੈਦਾ ਕੀਤਾ ਸੰਕਲਪ ਅਸੀਂ ਪੰਜਾਬ ਦੇ ਵਿੱਚ ਨਾ ਲੈ ਕੇ ਗਏ, ਤਾਂ ਕਿਤੇ ਨਾ ਕਿਤੇ ਅਸੀਂ ਫਿਰ ਸਭ ਕੁਝ ਵਿਖਾਵੇ ਲਈ ਕੀਤਾ। ਇਤਿਹਾਸ ਦੇ ਪੱਖੋਂ ਇਸ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਕਿ ਕੀ ਮਹੱਤਤਾ ਹੈ ਇਸ ਸੰਘਰਸ਼ ਦੀ ਇਤਿਹਾਸ ਦੇ ਪੱਖੋਂ? ਇਤਿਹਾਸ ਦੇ ਪੱਖੋਂ ਜੇ ਤੁਸੀਂ ਇਸ ਦੀ ਮਹੱਤਤਾ ਦਾ ਵੇਖਣਾ ਹੈ ਕਿ ਅਸੀਂ, ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ, ਵੱਖ-ਵੱਖ ਜਥੇਬੰਦੀਆਂ ਨੇ, ਵੱਖ-ਵੱਖ ਕਿੱਤੇ ਨੇ, ਵੱਖ-ਵੱਖ ਖਿੱਤੇ ਨੇ, ਵੱਖ-ਵੱਖ ਤਰ੍ਹਾਂ ਦੇ ਲੋਕ ਨੇ, ਵੱਖ-ਵੱਖ ਵਿਚਾਰਧਾਰਾਵਾਂ ਨੇ, ਉਹਦੇ ਬਾਵਜੂਦ ਸਾਂਝੇ ਦੁਸ਼ਮਣ ਦੇ ਨਾਲ ਅਸੀਂ ਉਸ ਪ੍ਰਕਰਣ ਦੇ ਰੂਪ 'ਚ ਲੜ ਰਹੇ ਹਾਂ। ਜਦੋਂ ਸਾਡੇ ਸਾਹਮਣੇ ਅਬਦਾਲੀ ਆਉਂਦਾ ਸੀ ਤੇ ਸਾਡੀਆਂ ਵੱਖ-ਵੱਖ ਮਿਸਲਾਂ ਇਹ ਗੱਲ ਕਹਿ ਦਿੰਦੀਆਂ ਸੀ, ਮਿਸਲ ਵੰਡ ਅਬ ਕਬੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਜਿਸ ਤਰ੍ਹਾਂ 18ਵੀਂ ਸਦੀ 'ਚ ਸਾਡੀਆਂ ਮਿਸਲਾਂ ਵੱਡੇ ਦੁਸ਼ਮਣ ਦੇ ਖਿਲਾਫ ਇਕੱਠੀਆਂ ਹੁੰਦੀਆਂ ਸੀ, ਉਸੇ ਤਰ੍ਹਾਂ ਛੋਟੀਆਂ-ਛੋਟੀਆਂ ਜਥੇਬੰਦੀਆਂ ਅੱਜ ਵੱਡੇ ਦੁਸ਼ਮਣ ਦੇ ਖਿਲਾਫ ਇਕੱਠੀਆਂ ਹੋਈਆਂ ਨੇ। ਤੇ ਮੈਨੂੰ ਲੱਗਦਾ ਕਿ ਇਤਿਹਾਸਕ ਨਜ਼ਰੀਏ ਤੋਂ ਇਹੀ ਰੂਪ ਦ੍ਰਿਸ਼ਮਾਨ ਹੋਇਆ। ਯਾਨੀ ਕਿ ਇਤਿਹਾਸ ਦੇ ਵਿੱਚ ਅਜਿਹੀਆਂ ਪਹਿਲਾਂ ਤੋਂ ਕਈ ਉਦਾਹਰਨਾਂ ਨੇ ਜਦੋਂ ਲੋਕ ਇਕੱਠੇ ਹੋ ਕੇ ਵੱਡੀਆਂ ਤਾਕਤਾਂ ਦੇ ਨਾਲ ਲੜਦੇ ਨੇ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ, ਵੱਡੀਆਂ ਤਾਕਤਾਂ ਦੇ ਨਾਲ ਲੜਿਆ ਜਾਂਦਾ ਸੀ, ਪਰ ਉਹਦੇ ਵਿੱਚ ਲੜਨ ਵਾਲੀਆਂ ਕੌਮੀਅਤਾਂ ਦੀ ਸਿਰਫ ਇੱਕ ਸਾਂਝ ਹੁੰਦੀ ਸੀ ਕਿ ਜਾਂ ਉਹ ਇੱਕ ਸੱਭਿਆਚਾਰ ਦੇ ਵਿੱਚੋਂ ਨੇ ਜਾਂ ਇੱਕ ਧਰਮ ਦੇ ਵਿੱਚੋਂ ਨੇ। ਪਰ ਇਸ ਵਾਰੀ ਹੁਣ ਤੁਸੀਂ ਵੇਖਦੇ ਹੋ ਨਾ ਕਿ 18ਵੀਂ ਸਦੀ ਦੇ ਵਿੱਚ ਜਦੋਂ ਪਹਿਲਾਂ ਮਰਾਠੇ ਲੜਦੇ ਨੇ, ਇੱਕ ਕੌਮੀਅਤ ਦੇ ਤੌਰ ਤੇ ਲੜਦੇ ਨੇ ਅਬਦਾਲੀ ਦੇ ਨਾਲ, ਉਸ ਤੋਂ ਬਾਅਦ ਸਿੱਖ ਲੜਦੇ ਨੇ, ਫਿਰ ਇੱਕ ਲੜਾਈ ਦੇ ਵਿੱਚ ਸਿੱਖ ਜਿਹੜੇ ਨੇ ਉਹ ਸਾਥ ਦਿੰਦੇ ਨੇ ਕਮਰੂਦੀਨ ਮੀਰ ਆਤਸ਼ ਦਾ, ਜਿਹੜਾ ਮੀਰ ਮਨੂ ਦਾ ਬਾਪ ਹੈ। ਪਰ ਇਹ ਸੰਘਰਸ਼ ਜਿਹੜਾ ਇਵੇਂ ਦਾ ਹੈ ਕਿ ਇਹਦੇ 'ਚ ਸਾਰੀਆਂ ਧਿਰਾਂ ਨੇ ਤੇ ਦੁਸ਼ਮਣ ਸਾਂਝਾ ਹੈ। ਸੋ ਇਸ ਕਰਕੇ ਇਹ ਮੈਨੂੰ ਲੱਗਦਾ ਹੈ ਕਿ ਇਹ ਬਿਲਕੁਲ
ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਇਹ ਮਿਸਲਾਂ ਦੇ ਵਾਂਗੂ ਆਪਸੀ ਮਤਭੇਦ ਵਖਰੇਵੇਂ ਹੋਣ ਦੇ ਬਾਵਜੂਦ ਵੀ ਸਾਂਝੇ ਦੁਸ਼ਮਣ ਦੇ ਖਿਲਾਫ ਇਕੱਠੀਆਂ ਬੈਠੀਆਂ ਨੇ। ਪਰ ਉਹਦਾ ਇੱਕ ਕਾਰਨ ਹੈ, 18ਵੀਂ ਸਦੀ 'ਚ ਵੀ ਸੀ, ਹੁਣ ਵੀ ਹੈ, ਕਿ ਜਿਹੜਾ ਸੰਘਰਸ਼ ਲੋਕ ਲਹਿਰ ਬਣ ਜਾਂਦਾ ਹੈ, ਜਿੱਥੇ ਹੋਣ ਦੀ ਜੰਗ ਦੀ ਗੱਲ ਆ ਜਾਂਦੀ ਹੈ, ਉੱਥੇ ਲੀਡਰਸ਼ਿਪ ਨੂੰ ਵੀ ਲੋਕਾਂ ਦੇ ਹਿੱਤਾਂ ਦੇ ਅਨੁਸਾਰ ਚੱਲਣਾ ਪੈਂਦਾ। ਲੀਡਰਸ਼ਿਪ ਮਨਮਾਨੀ ਦੇ ਫੈਸਲੇ ਨਹੀਂ ਲੈ ਸਕਦੀ। ਬਿਲਕੁਲ ਉਹ ਕੁਝ ਇੱਥੇ ਹੈ ਕਿ ਇੱਥੇ ਲੀਡਰ ਚਾਹੁੰਦਾ ਹੋਇਆ ਵੀ ਸੰਗਤ ਦੀ ਰਾਏ ਦੇ ਜਾਂ ਸੰਗਤ ਦੇ ਹੁੰਗਾਰੇ ਦੇ ਜਾਂ ਸੰਗਤ ਦਾ ਜਿਹੜਾ ਇਸ ਵੇਲੇ ਕਹਿ ਸਕਦੇ ਹੋ ਕਿ ਜਿਹੜਾ ਸਿਰਜਿਆ ਹੋਇਆ ਸੰਕਲਪ ਹੈ, ਉਹਦੇ ਖਿਲਾਫ ਲੀਡਰਸ਼ਿਪ ਜਿਹੜੀ ਫੈਸਲਾ ਨਹੀਂ ਲੈ ਸਕਦੀ। ਇਸ ਸੰਘਰਸ਼ ਨੂੰ ਕੀ ਤੁਸੀਂ 47 ਦੀ ਆਜ਼ਾਦੀ ਦੀ ਜੰਗ ਦੇ ਨਾਲ ਜੋੜ ਕੇ ਦੇਖਦੇ ਹੋ ਕਿ ਉਸ ਵਕਤ ਵੀ ਸਾਰੇ ਧਰਮਾਂ ਮਜ਼ਹਬਾਂ ਦੇ ਲੋਕਾਂ ਨੇ ਇਕੱਠੇ ਹੋ ਕੇ, ਜਾਤੀਆਂ ਦੇ ਲੋਕਾਂ ਨੇ ਇਕੱਠੇ ਹੋ ਕੇ ਆਜ਼ਾਦੀ ਵਾਸਤੇ ਆਵਾਜ਼ ਬੁਲੰਦ ਕੀਤੀ ਸੀ? ਨਹੀਂ, ਅਜੇ ਇਸ ਨੂੰ ਬਿਲਕੁਲ ਉਸ ਤਰ੍ਹਾਂ ਦੇ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਉਦੋਂ ਸੀਗਾ ਕਿ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਕੋਲ ਤਾਂ ਰਾਜ ਹੀ ਨਹੀਂ ਆਇਆ। ਤੇ ਉਸ ਤੋਂ ਬਾਅਦ ਜਦੋਂ ਜਿਹੜੀਆਂ ਪਾਵਰ ਦੀਆਂ ਜਿਹੜੀਆਂ ਟਰਾਂਸਫਰ ਹੋਈਆਂ ਨੇ, ਜਿਹਨੂੰ ਟਰਾਂਸਫਰਮੇਸ਼ਨ ਆਫ ਪਾਵਰ ਕਹਿੰਦੇ ਆ, ਉਹ ਉਹਨਾਂ ਲੋਕਾਂ ਨੂੰ ਦਿੱਤਾ ਗਿਆ ਜਿਹੜੇ ਪਹਿਲਾਂ ਹੀ ਅੰਗਰੇਜ਼ਾਂ ਦੇ ਪਿੱਠੂ ਸੀ। ਇਹਦੇ ਤਾਂ ਸੰਘਰਸ਼ ਦੇ ਵਿੱਚੋਂ ਲੀਡਰਸ਼ਿਪ ਨੇ ਪੈਦਾ ਹੋਣਾ। ਅਜੇ ਇਸ ਸਵਾਲ ਦਾ ਜਵਾਬ ਅੱਜ ਦੇ ਦਿਨ ਨਹੀਂ ਦਿੱਤਾ ਜਾ ਸਕਦਾ। ਸੰਘਰਸ਼ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ ਕਿ ਭਵਿੱਖ ਦੇ ਵਿੱਚ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਲੋਕ ਲੀਡਰ ਉੱਠੇ ਨੇ, ਨੌਜਵਾਨ ਲੀਡਰ ਉੱਠੇ ਨੇ, ਕੀ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਦੇ ਵਿੱਚੋਂ ਕੋਈ ਵੱਡੇ ਲੀਡਰ ਉੱਠ ਕੇ ਜਿਹੜੀ ਸਾਡੀ ਰਾਜਨੀਤੀ ਹੈ, ਆਪਾਂ ਕਹਿ ਲਈਏ ਕਿ ਪਲੀਤ ਹੋ ਚੁੱਕੀ ਹੈ, ਉਹਨੂੰ ਸੰਭਾਲਣ ਦੇ ਲਈ ਅੱਗੇ ਆਉਣਗੇ? ਮੈਂ ਕਹਿੰਦਾ ਕਿ ਅੱਗੇ ਆਉਣਾ ਚਾਹੀਦਾ। ਮੈਨੂੰ ਕੱਲ ਪਰਸੋਂ ਵੀ ਇੱਕ ਮੀਡੀਆ ਵਾਲੇ ਨੇ ਸਵਾਲ ਕੀਤਾ ਜੀ, ਲੱਖਾ ਜਿਹੜਾ ਹੈ ਉਹ ਤਾਂ ਰਾਜਨੀਤੀ 'ਚ ਆਉਣਾ ਚਾਹੁੰਦਾ ਹੈ। ਤੇ ਮੈਂ ਕਿਹਾ ਜੇ ਲੱਖਾ ਆਉਂਦਾ ਵੀ ਆ, ਮੈਂ ਸਭ ਤੋਂ ਪਹਿਲਾਂ ਸਵਾਗਤ ਕਰੂੰਗਾ, ਜ਼ਰੂਰ ਆਉਣਾ ਚਾਹੀਦਾ ਹੈ। ਜੇ ਮਾੜੇ ਵਿਅਕਤੀ ਜਿਨ੍ਹਾਂ ਨੇ ਅਨੈਤਿਕ ਕਰਮ ਕਰਕੇ ਸਮੁੱਚੀ ਪੰਜਾਬ ਦੀ ਰਾਜਨੀਤਿਕ ਧਿਰ ਨੂੰ ਬਦਨਾਮ ਕਰ ਦਿੱਤਾ ਹੈ, ਤੇ ਅੱਜ ਉਹ ਧਿਰ ਇੰਨੀ ਬਦਨਾਮ ਹੋ ਚੁੱਕੀ ਹੈ ਕਿ ਸੰਘਰਸ਼ੀਲ ਪੰਜਾਬੀ ਲੋਕਾਂ ਦੇ ਮੰਚ ਦੇ ਉੱਪਰ ਆਉਣ ਦੀ ਕਾਬਲੀਅਤ ਨਹੀਂ ਰੱਖਦੀ, ਤੇ ਜੇ ਇਸ ਸੰਘਰਸ਼ ਦੇ ਵਾਸਤੇ ਮਿਹਨਤ ਕਰਨ ਵਾਲੇ ਕੁਝ ਚਿਹਰੇ, ਮੈਂ ਆਪਣੀ ਗੱਲ ਨਹੀਂ ਕਰਦਾ ਕਿਉਂਕਿ ਮੈਂ ਇਲੈਕਸ਼ਨ ਜਾਂ ਮੈਂ ਰਾਜਨੀਤੀ 'ਚ ਬਿਲਕੁਲ ਨਹੀਂ ਆਉਣਾ ਚਾਹੁੰਦਾ, ਪਰ ਜਿਹੜੇ ਵੀਰ ਆਉਣਗੇ ਮੇਰੇ ਖਿਆਲ ਦੇ ਨਾਲ, ਜੇ ਅਸੀਂ ਸੰਘਰਸ਼ ਦੇ ਵਿੱਚੋਂ ਨੈਤਿਕ ਕਦਰਾਂ ਕੀਮਤਾਂ ਦੀ ਕਦਰ ਕਰਨ ਵਾਲੇ ਨੌਜਵਾਨ ਵੀ ਰਾਜਨੀਤੀ ਵਾਸਤੇ ਨਹੀਂ ਕੱਢਣੇ, ਤੇ ਫਿਰ ਸੰਘਰਸ਼ ਦਾ ਫਾਇਦਾ ਵੀ ਕੀ ਹੈ। ਲੱਖੇ ਸਿਧਾਣੇ ਦੀ ਗੱਲ ਕੀਤੀ ਹੈ, ਇਸੇ ਲੜੀ ਨੂੰ ਅੱਗੇ ਤੋਰਦੇ ਹਾਂ ਕਿ ਕਿਸਾਨ ਆਗੂਆਂ ਨੂੰ ਭਵਿੱਖ ਦੇ ਵਿੱਚ ਪੰਜਾਬ ਦੀ ਜਾਂ ਦੇਸ਼ ਦੀ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ? ਬਿਲਕੁਲ, ਇਹ ਵੀ ਇੱਕ ਲਿਟਮਸ ਟੈਸਟ ਹੋਵੇਗਾ ਜਿਹੜਾ ਇਸ ਸਮੇਂ ਹੈ। ਜੇਕਰ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਵਧੀਆ ਰੂਪ ਦੇ ਵਿੱਚ ਇਸ ਸੰਘਰਸ਼ ਦੇ ਵਿੱਚੋਂ ਕਾਮਯਾਬ ਹੋ ਕੇ ਨਿਕਲਣਗੇ, ਤੇ ਲੋਕਾਂ ਨੂੰ ਇਹ ਮਹਿਸੂਸ ਹੋਵੇਗਾ ਕਿ ਇਹ ਸਾਡੀ ਹਿੱਤਾਂ ਦੀ ਰੱਖਿਆ ਕਰਨ ਦੇ ਜਾਮਨ ਨੇ, ਤਾਂ ਮੇਰੇ ਖਿਆਲ ਦੇ ਨਾਲ ਆਉਣਾ ਚਾਹੀਦਾ। ਗੱਲ ਕੀਤੀ ਜਾਵੇ, ਤੁਸੀਂ ਦੀਪ ਸਿੱਧੂ ਦੀ ਗੱਲ, ਲੱਖੇ ਸਿਧਾਣੇ ਦੀ ਗੱਲ ਕੀਤੀ ਹੈ, ਮਾਫ ਕਰਿਓ, ਤਾਂ ਦੀਪ ਸਿੱਧੂ ਦੀ ਗੱਲ ਕਰਨੀ ਵੀ ਇੱਥੇ ਜ਼ਰੂਰੀ ਬਣਦੀ ਹੈ ਕਿ ਉਹਨਾਂ ਦੇ ਜੋ ਯੋਗਦਾਨ ਪਾਇਆ ਜਾ ਰਿਹਾ, ਉਸ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਨੌਜਵਾਨ ਜੋ ਆਪਣਾ ਸਾਰਾ ਕੁਝ ਛੱਡ ਕੇ ਇਸ ਪੰਜਾਬ ਦੀ ਧਰਤੀ ਵਾਸਤੇ ਆ ਗਿਆ ਹੈ? ਵੇਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨੌਜਵਾਨਾਂ ਦੇ ਵਿੱਚ ਜਿਹੜਾ ਬਿਰਤਾਂਤ ਦੀਪ ਸਿੱਧੂ ਨੇ ਸਿਰਜਿਆ ਹੈ, ਉਹ ਇੱਕ ਬੜਾ ਵੱਖਰਾ ਹੈ। ਉਹ ਵੱਖਰਾ ਇਸ ਕਰਕੇ ਹੈ ਕਿ ਜਿਹੜੇ ਲੋਕ ਕਦੀ ਦੀਪ ਸਿੱਧੂ ਨੂੰ ਇਹ ਕਹਿੰਦੇ ਸੀਗੇ ਕਿ ਇਹ ਤਾਂ ਕਿਸਾਨ ਸੰਘਰਸ਼ ਜਿਹੜਾ ਉਹਦੀ ਦਿਸ਼ਾ ਬਦਲ ਰਿਹਾ ਹੈ, ਅੱਜ ਜਦੋਂ ਬਾਰ-ਬਾਰ ਸਰਕਾਰ ਦੇ ਨਾਲ ਹੁੰਦੀਆਂ ਬੇਸਿੱਟਾ ਮੀਟਿੰਗਾਂ ਦੇ ਵਿੱਚ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਲੀਡਰਸ਼ਿਪ ਬੇਵਸ ਨਜ਼ਰ ਆ ਰਹੀ ਹੈ, ਤਾਂ ਅੱਜ ਤੁਹਾਨੂੰ ਦੀਪ ਸਿੱਧੂ ਦੀਆਂ ਗੱਲਾਂ ਸੱਚ ਹੁੰਦੀਆਂ ਨਜ਼ਰ ਆ ਰਹੀਆਂ ਨੇ। ਸੋ ਇਸ ਕਰਕੇ ਜਿਹੜੀ ਗੱਲ ਦੀਪ ਸ਼ੰਭੂ ਮੋਰਚੇ 'ਚ ਕਹਿੰਦਾ ਰਿਹਾ, ਕਿਉਂਕਿ ਮੈਂ ਤਕਰੀਬਨ 1.5-2 ਸਾਲ ਤੋਂ ਮੈਂ ਇਹਦੇ ਨਾਲ ਗੱਲਬਾਤ ਮੇਰੀ ਹੁੰਦੀ ਰਹੀ, ਉਸ ਤੋਂ ਬਾਅਦ ਜ਼ਿਆਦਾ ਸਾਨੂੰ ਵਿਚਰਨ ਦਾ ਮੌਕਾ ਸ਼ੰਭੂ ਮੋਰਚੇ ਦੇ ਦੌਰਾਨ ਮਿਲਿਆ ਜਾਂ ਹੁਣ ਮਿਲਿਆ, ਉਹਦੇ ਵਿੱਚ ਇਹ ਠੀਕ ਹੈ, ਮੈਂ ਵੀ ਮੰਨਦਾ ਥੋੜਾ ਕਾਲਾਪਨ ਹੈ, ਪਰ ਉਹਦੇ 'ਚ ਇਮਾਨਦਾਰੀ ਹੈ, ਉਹਦੇ 'ਚ ਸੱਚ ਹੈ, ਉਹਦੇ 'ਚ ਖਲੋਣ ਦੀ ਜ਼ਰੂਰਤ ਹੈ, ਉਹਦੇ 'ਚ ਆਪਣੇ ਨਿਸ਼ਚੇ ਪ੍ਰਤੀ ਦ੍ਰਿੜਤਾ ਹੈ, ਉਹਦੇ 'ਚ ਬਾਕੀ ਸਾਰੇ ਗੁਣ ਨੇ। ਠੀਕ ਹੈ, ਕਦੀ ਥੋੜਾ ਜਿਹਾ ਕਾਲਾ ਪੈ ਜਾਂਦਾ, ਉਹ ਉਸ ਉਮਰ ਦੇ ਵਿੱਚ ਮੇਰੇ ਖਿਆਲ ਦੇ ਨਾਲ ਕਿਸੇ ਵੀ ਨੌਜਵਾਨ ਦੇ ਵਿੱਚ ਹੋ ਸਕਦਾ ਹੈ। ਪਰ ਜਿਹੜਾ ਸਭ ਤੋਂ ਵੱਡੀ ਗੱਲ ਕਿ ਕਿਸਾਨ ਸੰਘਰਸ਼ ਦਾ ਅਗਲਾ ਪੜਾਅ ਜਿਹੜਾ ਉਸਨੇ ਪੰਜਾਬ ਦੀ ਨੌਜਵਾਨੀ ਦੇ ਵਾਸਤੇ ਨਿਰਧਾਰਿਤ ਕਰ ਦਿੱਤਾ ਹੈ, ਜੰਗ ਹੈ। ਅੱਜ ਤੁਸੀਂ ਟਰਾਲੀ ਦੇ ਵਿੱਚੋਂ ਇਸ ਆਵਾਜ਼ ਨੂੰ ਵੇਖ ਰਹੇ ਹੋ ਕਿ ਹੋਣ ਦੀ ਜੰਗ ਹੈ। ਸੋ ਜਿਹੜਾ ਨੈਰੇਟਿਵ ਉਹਨੇ ਸੈੱਟ ਕੀਤਾ ਹੈ, ਉਹ ਪੰਜਾਬ ਦੇ ਆਉਣ ਵਾਲੇ ਭਵਿੱਖ ਦੇ ਵਾਸਤੇ ਬੜਾ ਅਹਿਮ ਹੈ। ਸਾਹਿਬ, ਆਖਰੀ ਸਵਾਲ ਹੈ ਕਿ ਇਸ ਵੇਲੇ ਸੰਘਰਸ਼ ਦਾ ਜਿਹੜਾ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਉਹ 26 ਤਰੀਕ ਹੈ ਕਿ 26 ਤਰੀਕ ਨੂੰ ਆਖਰ ਹੋਵੇਗਾ ਕੀ?
ਤਾਂ ਕਿਵੇਂ ਦੇਖਦੇ ਹੋ ਕਿ ਜਿਹੜੇ ਕਿਸਾਨ ਆਗੂ ਨੇ ਉਹ ਵੀ ਦੋ ਮਤ ਰੱਖਦੇ ਨੇ ਕਿ ਅਸੀਂ ਜੇਕਰ ਬੈਰੀਕੇਡ ਨਹੀਂ ਭਰਨੇ, ਝੜੂਨੀ ਸਾਹਿਬ ਦਾ ਬਿਆਨ ਸੀ ਤਾਂ ਟਰੈਕਟਰ ਅਸੀਂ ਧੂਪ ਦੇਣ ਨੂੰ ਮੰਗਾਉਣੇ ਨੇ, ਤੇ ਦੂਸਰੇ ਪਾਸੇ ਰਾਜੇਵਾਲ ਹੁਰੀ ਕਹਿੰਦੇ ਨੇ ਕਿ ਅਸੀਂ ਪੂਰੇ ਸ਼ਾਂਤਮਈ ਢੰਗ ਦੇ ਨਾਲ ਕੱਢਾਂਗੇ, ਜੋ ਵੀ ਮਾਰਚ ਅਸੀਂ ਕੱਢਿਆ ਜਾਣਾ ਸਰਕਾਰ ਤੋਂ ਇੱਕ ਰਾਹ ਲਿਆ ਜਾਵੇਗਾ। ਕਿਵੇਂ ਦੇਖਦੇ ਹੋ 26 ਤਰੀਕ ਨੂੰ ਕਿ ਕਿਵੇਂ ਹੋਣਾ ਚਾਹੀਦਾ, ਜੇਕਰ ਰੋਕਾਂ ਲਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਤੋੜਨਾ ਲਾਜ਼ਮੀ ਹੈ ਜਾਂ ਨਹੀਂ ਜੀ? ਵੇਖੋ, ਇਹ ਜਿਹੜਾ ਐਵੇਂ ਦਾ ਸਵਾਲ ਹੈ, ਇਹਦਾ ਜਵਾਬ ਇਸ ਤਰ੍ਹਾਂ ਮੀਡੀਆ 'ਚ ਦੇਣਾ ਬੜਾ ਮੁਸ਼ਕਿਲ ਹੈ, ਪਰ ਮੈਂ ਤੁਹਾਡੇ ਸਾਹਮਣੇ ਕੁਝ ਗੱਲਾਂ ਰੱਖਦਾ ਕਿ ਜਦੋਂ ਅਸੀਂ ਦਿੱਲੀ ਪਹੁੰਚੇ ਸੀ, ਰੋਕਾਂ ਤਾਂ ਉਦੋਂ ਵੀ ਤੋੜਨੀਆਂ ਪਈਆਂ, ਪਰ ਉੱਥੇ ਗੱਲ ਇਹ ਹੈ ਕਿ ਸਟੇਟ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਦੋਂ ਇਹ ਲੋਕ ਆ ਹੀ ਸਬਰ ਦੇ ਵਿੱਚ ਰਹਿ ਕੇ ਸ਼ਾਂਤਮਈ ਸੰਘਰਸ਼ ਦੇ ਵਾਸਤੇ ਰਹੇ ਨੇ, ਤੇ ਰੋਕਾਂ ਲਾ ਕੇ ਲੋਕਣ ਦੀ ਲੋੜ ਕੀ ਹੈ, ਕਿਉਂਕਿ ਰੋਕਾਂ ਦੇ ਨਾਲ ਤਾਂ ਲੋਕਾਂ ਦੀਆਂ ਭਾਵਨਾਵਾਂ ਭੜਕਣਗੀਆਂ। ਦੂਜੀ ਗੱਲ, ਇਹ ਜਿਹੜੀ ਦਿੱਲੀ ਦੀ ਕਾਲ ਹੈ, ਇਹ ਜਾਂ ਐਲਾਨ ਹੈ, ਇਹ ਕਿਸਾਨ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਦੇ ਵੱਲੋਂ ਦਿੱਤਾ ਗਿਆ ਹੈ। ਅਸੀਂ ਇੱਥੇ ਉਹਨਾਂ ਮੋਰਚੇ ਦੇ ਮੋਢੀ ਨਹੀਂ ਹੈਗੇ, ਚਾਹੇ ਲੱਖਾ ਸਦਾਣਾ ਹੋਵੇ, ਚਾਹੇ ਮੈਂ ਹੋਵਾਂ, ਚਾਹੇ ਦੀਪ ਸਿੱਧੂ ਹੋਣੀ ਹੋਣ, ਅਸੀਂ ਇਹਨਾਂ ਦੀਆਂ ਸਪੋਰਟਿਵ ਧਿਰਾਂ ਵਾਂ। ਸੋ ਅਸੀਂ ਤਾਂ ਚਾਹਾਂਗੇ ਕਿ ਉਹਨਾਂ ਦੇ ਦਿੱਤੇ ਪ੍ਰੋਗਰਾਮ ਦੇ ਅਨੁਸਾਰ ਹੀ ਚੱਲੀਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਕਿ ਸਮੁੱਚੇ ਇਸ 26 ਤਰੀਕ ਵਾਲੇ ਪ੍ਰੋਗਰਾਮ ਨੂੰ ਜ਼ਾਬਤੇ ਦੇ ਵਿੱਚ ਰੱਖਣਾ, ਸਬਰ ਦੇ ਵਿੱਚ ਰੱਖਣਾ। ਔਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਸੰਘਰਸ਼ ਇਸ ਮੁਕਾਮ ਦੇ ਉੱਪਰ ਹੁੰਦਾ ਹੈ ਨਾ, ਤਾਂ ਜਿੱਤ ਉਸ ਧਿਰ ਦੀ ਹੁੰਦੀ ਹੈ ਜਿਹੜੀ ਸਬਰ ਕਰ ਜਾਂਦੀ ਹੁੰਦੀ ਹੈ, ਤੇ ਜਿਹਦਾ ਸਬਰ ਗਵਾਚ ਜਾਵੇ ਉਸ ਧਿਰ ਦੀ ਹਮੇਸ਼ਾ ਹਾਰ ਹੁੰਦੀ ਹੈ। ਤੇ ਮੈਂ ਸਰਕਾਰ ਨੂੰ ਵੀ ਇੱਥੇ ਇਹ ਗੱਲ ਕਹੂੰਗਾ ਕਿ ਜੇਕਰ ਇਹ ਸੰਘਰਸ਼ ਸ਼ਾਂਤਮਈ ਇੰਨਾ ਲੰਬਾ ਸਮਾਂ ਚੱਲਿਆ, ਪੰਜਾਬ ਤੋਂ ਲੈ ਕੇ ਇੱਥੇ ਆਉਣ ਤੱਕ ਲੋਕਾਂ ਨੇ ਸ਼ਾਂਤਮਈ ਦਾ ਜਾਂ ਸਬਰ ਦਾ ਪੱਲਾ ਨਹੀਂ ਛੱਡਿਆ, ਤਾਂ ਇਹ ਹੁਣ ਵੀ ਉਸੇ ਸਬਰ ਦੇ ਨਾਲ, ਉਸੇ ਸ਼ਾਂਤੀ ਦੇ ਨਾਲ ਜਿਹੜਾ 26 ਦਾ ਪ੍ਰੋਗਰਾਮ ਕਰਨਗੇ। ਇਹਨਾਂ ਦੇ ਉੱਪਰ ਜਾਣ ਬੁੱਝ ਕੇ ਰੋਕਾਂ ਲਾ ਕੇ ਜਾਂ ਪਾਣੀ ਦੀਆਂ ਬਸ਼ਾਰਾਂ ਪਾ ਕੇ ਜਾਂ ਟੀਅਰ ਗੈਸ ਤੇ ਕਨੈਸਟਰ ਸੁੱਟ ਕੇ ਲੋਕਾਂ ਨੂੰ ਉਕਸਾਇਆ ਨਾ ਜਾਵੇ। ਫਿਰ ਜੇ ਲੋਕ ਉਕਸਾ ਚ ਆ ਜਾਣਗੇ ਤਾਂ ਫਿਰ ਜ਼ਿੰਮੇਵਾਰੀ ਸਰਕਾਰ ਦੀ ਬਣ ਜਾਂਦੀ ਹੈ, ਕਿਉਂਕਿ ਲੋਕ ਇੰਨੇ ਚਿਰ ਤੋਂ ਇੱਥੇ ਬੈਠੇ ਨੇ ਤੇ ਇੰਨੇ ਲੋਕਾਂ ਦੇ ਇੰਨੇ ਖਿੱਤਿਆਂ ਔਰ ਇੰਨੇ ਕਿੱਤਿਆਂ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਦੇ ਨਾਲ ਸੰਘਰਸ਼ ਦੇ ਵਿੱਚ ਸ਼ਾਂਤੀ, ਸਬਰ ਤੇ ਸੰਜਮ ਦਾ ਮੁਜ਼ਾਹਰਾ ਰਿਹਾ ਹੈ, ਇਹ ਤਾਂ ਆਪਣੇ ਆਪ 'ਚ ਇੱਕ ਮਿਸਾਲ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ। ਤਾਂ ਅਸੀਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੀ ਜੀ ਨਾਲ ਗੱਲਬਾਤ ਕਰ ਰਹੇ ਸੀ, ਤਾਂ ਉਹਨਾਂ ਨੇ ਸੰਘਰਸ਼ ਦੇ ਬਾਬਤ ਬੜੀਆਂ ਡੂੰਘੀਆਂ ਵਿਚਾਰਾਂ ਸਾਡੇ ਨਾਲ ਕੀਤੀਆਂ ਨੇ ਤੇ ਬੜੀਆਂ ਬਾਕਮਾਲ ਗੱਲਾਂ ਸਾਨੂੰ ਦੱਸੀਆਂ ਨੇ, ਤੇ ਇਹ ਵੀ ਦੱਸਿਆ ਹੈ ਕਿ ਕਿਸਾਨ ਜਿਹੜੇ ਆਗੂ ਨੇ ਜਾਂ ਹੋਰ ਜਿਹੜੇ ਚਿਹਰੇ ਸਾਹਮਣੇ ਆਏ ਨੇ ਉਹ ਕਿਸ ਢੰਗ ਦੇ ਨਾਲ ਆਪਣਾ ਇੱਥੇ ਯੋਗਦਾਨ ਪਾ ਰਹੇ ਨੇ ਤੇ ਉਹ ਕਿਸ ਮਨੋਬਲ ਜਾਂ ਕਿਸ ਸਥਿਤੀ ਦੇ ਵਿੱਚ ਵਿਚਰ ਰਹੇ ਨੇ। ਤੁਸੀਂ ਸਿੱਖ ਚੈਨਲ ਦੇ ਨਾਲ ਬਣੇ ਰਹੋ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।